ਹਾਂਜੀ, ਬੱਚਿਆਂ ਨੂੰ ਜਿਹੜਾ ਮੈਥੇਮੈਟਿਕਸ ਮੈਂ 11ਵੀਂ ਦਾ 12ਵੀਂ ਦਾ 8ਵੀਂ ਤੋਂ ਲੈ ਕੇ 12ਵੀਂ ਤੱਕ ਹਾਈ ਸਕੂਲ ਸੀਗਾ ਸਾਡਾ। ਹੁਣ 8ਵੀਂ ਇਹਨਾਂ ਨੇ ਕੱਢ ਦਿੱਤੀ ਆ ਤਾਂ ਮਿਡਲ ਸਕੂਲ ਬਣਾ ਦਿੱਤੇ, ਤਾਂ 9ਵੀਂ ਤੋਂ 12ਵੀਂ ਤੱਕ ਆ। ਉਹਦੇ 'ਚ ਮੈਂ ਟੈਕਸਟ ਬੁੱਕ ਵੀ ਵਰਤਦਾ ਸੀ ਅਤੇ ਆਪਣੀਆਂ ਮੈਂ ਜਿਹੜੀਆਂ ਵਰਕਸ਼ੀਟਸ ਹੈਗੀਆਂ ਉਹ ਵੀ ਤਿਆਰ ਕਰਦਾ ਸੀ ਅਤੇ ਉਹਨਾਂ ਦੇ ਮੁਤਾਬਕ ਮੈਂ ਪੜ੍ਹਾਉਂਦਾ ਸੀ। ਪਹਿਲਾਂ ਐਗਜ਼ੈਂਪਲਸ ਆਪਣੇ ਬੋਰਡ ਦੇ ਉੱਤੇ ਬੱਚਿਆਂ ਨੂੰ ਸਾਰੀਆਂ ਸਮਝਾਉਣੀਆਂ ਅਤੇ ਉਹਨਾਂ ਐਗਜ਼ੈਂਪਲ ਨਾਲ ਰਲਦੇ ਮਿਲਦੀਆਂ ਅਸਾਈਨਮੈਂਟਸ ਬੱਚਿਆਂ ਨੂੰ ਦਿੰਦਾ ਸੀ, ਜਿਹਦੇ ਨਾਲ ਬੱਚੇ ਬਹੁਤ ਖੁਸ਼ ਹੁੰਦੇ ਸੀਗੇ ਅਤੇ ਸਾਰਾ ਕੁਛ ਇਹਨਾਂ ਨੂੰ ਸਮਝਾ ਦਿੰਦਾ ਸੀ, ਸਾਰਾ ਕੁਛ ਕਰਦਾ ਸੀ, ਕਿਉਂਕਿ ਮੇਰੀ ਮੈਥੇਮੈਟਿਕਸ ਦੇ ਵਿੱਚ ਬੈਕਗਰਾਊਂਡ ਜਿਹੜੀ ਸੀ ਉਹ ਕਾਫੀ ਤਕੜੀ ਸੀ। ਜਦੋਂ SFU ਵਾਲਿਆਂ ਨੇ ਟੀਚਿੰਗ ਸਰਟੀਫਿਕੇਟ ਦੇ ਵਿੱਚ ਮੈਨੂੰ ਥੋੜ੍ਹੀ ਕਠਿਨਾਈ ਦਿੱਤੀ, ਤਾਂ ਉਹਨਾਂ ਦਿਨਾਂ 'ਚ ਉਹਨਾਂ ਨੇ ਸਾਰਾ ਸਮਾਨ ਮੇਰਾ ਯੂਨੀਵਰਸਿਟੀ ਤੋਂ ਇੰਡੀਆ ਤੋਂ ਮੰਗਵਾਇਆ। ਉਹ ਜਿਹੜਾ ਸਮਾਨ ਮੇਰਾ ਮਾਸਟਰ ਡਿਗਰੀ ਦਾ ਮੈਥੇਮੈਟਿਕਸ ਇੰਡੀਆ ਤੋਂ ਇਹਨਾਂ ਦੇ ਕੋਲ ਡਾਇਰੈਕਟ ਪਹੁੰਚਿਆ, ਉਹਦੇ 'ਚ ਮੈਂ ਵਿੱਚ ਨਹੀਂ ਸੀ, ਮੇਰੇ ਕੋਲ ਨਹੀਂ ਆਇਆ, ਇਹਨਾਂ ਕੋਲ ਸਿੱਧਾ ਗਿਆ ਰਜਿਸਟਰਾਰ ਦੇ ਕੋਲ। ਜਿਸ ਵੇਲੇ ਉਹਨਾਂ ਨੇ ਮੇਰਾ ਮੈਥੇਮੈਟਿਕਸ ਦਾ ਇੰਡੀਆ ਵਿੱਚ ਕੀਤਾ ਹੋਇਆ ਕੰਮ ਦੇਖਿਆ, ਉਹ ਕੈਨੇਡਾ ਦੀ SFU ਦੇ ਨਾਲੋਂ ਲਗਭਗ ਟਾਈਮ ਐਂਡ ਹਾਫ ਉਹਦਾ ਜਿਹੜੀ ਵੈਲਿਊ ਜ਼ਿਆਦਾ ਬਣਦੀ ਸੀ। ਸੋ ਇਸ ਗੱਲ ਕਰਕੇ ਫਿਰ ਉਹ ਜਿਹੜੇ ਸੇ ਬੰਦੇ ਪ੍ਰੋਫੈਸਰ ਜਿਹੜੇ ਸੀ ਬਹੁਤ ਜ਼ਿਆਦਾ ਇੰਪਰੈਸ ਹੋਏ ਇਸ ਗੱਲ ਤੋਂ। ਉਹਨੇ ਮੈਨੂੰ ਫਿਰ ਲੈਟਰਸ ਵੀ ਦਿੱਤੀਆਂ ਲਿਖ ਕੇ ਵੀ ਜਿਹੜਾ ਕੋਰਸ ਤਾਂ ਇੰਡੀਆ ਵਿੱਚ ਕੀਤਾ ਹੈਗਾ, ਉਹ ਸਾਡੇ ਜਿਹੜੇ ਇੱਥੇ 3 ਕ੍ਰੈਡਿਟ ਆ, ਇਹ 1.5 ਕ੍ਰੈਡਿਟ ਦੇ ਬਰਾਬਰ, ਮਤਲਬ ਤੇਰੇ 3 ਅਤੇ ਸਾਡਾ 1.5, ਜਾਂ ਤੇਰੇ 6 ਅਤੇ ਸਾਡੇ 3, ਮਤਲਬ ਡਬਲ ਵੇਟ ਸੀ ਉਹਨਾਂ ਦਾ ਲਗਭਗ। ਸੋ ਇਸ ਤਰੀਕੇ ਦੇ ਨਾਲ ਮੈਂ ਹੋਰ ਵੀ ਅੰਦਰੋਂ ਖੁਸ਼ ਹੋ ਜਾਂਦਾ ਸੀ ਵੀ ਜਿਹੜਾ ਮੈਂ ਉੱਥੇ ਇੰਡੀਆ ਦੇ ਵਿੱਚ ਪੜ੍ਹਿਆ ਸੀ, ਮਿਹਨਤ ਕੀਤੀ ਸੀ, ਹਾਰਡ ਵਰਕ ਕੀਤਾ ਸੀ, ਅਤੇ ਉਹਨੇ ਮੈਨੂੰ ਬਹੁਤ ਪੇ ਕੀਤਾ। ਅਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਮੈਂ ਹਾਈਐਸਟ ਕੈਟੇਗਰੀ ਟੀਚਰ ਵਿਦ ਡਿਗਨਿਟੀ ਐਂਡ ਔਨਰ ਡਿਸਟ੍ਰਿਕਟ ਦੇ ਵਿੱਚੋਂ ਰਿਟਾਇਰ ਹੋਇਆ ਅਤੇ ਸਟਾਫ ਦੀਆਂ ਅੱਖਾਂ ਵਿੱਚ ਟੀਅਰ ਸੀ। ਹੁਣ ਮੈਨੂੰ ਲੱਭਣਾ ਨਹੀਂ ਕਾਰਡ, ਕਈ ਵਾਰੀ ਹੁਣ ਮੈਨੂੰ ਚੀਜ਼ਾਂ ਭੁੱਲ ਜਾਂਦੀਆਂ, ਤੁਹਾਨੂੰ ਮੈਂ ਦਿਖਾਲਦਾ ਕਿੱਦਾਂ ਦੇ ਕਾਰਡ ਮੈਨੂੰ ਬਣਾ ਕੇ ਬੱਚਿਆਂ ਨੇ ਤਾਂ ਟੀਚਰਾਂ ਨੇ ਦਿੱਤੇ ਸੀ। ਸੋ ਕਈ ਵਾਰੀ ਚੀਜ਼ਾਂ ਸਾਂਭੀਆਂ ਨਹੀਂ ਜਾਂਦੀਆਂ, ਪਰ ਤੁਸੀਂ ਮੇਰੀਆਂ ਗੱਲਾਂ 'ਤੇ ਵਿਸ਼ਵਾਸ ਕਰਨਾ। ਸੋ ਮੈਨੂੰ ਨਿਊ ਵੈਸਟਮਿਨਿਸਟਰ ਸਕੂਲ ਡਿਸਟ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਮਾਣ ਹਰ ਇੱਕ ਬੰਦੇ ਕੋਲੋਂ ਮਿਲਿਆ। ਇੱਦਾਂ ਸੀ ਇੰਡੀਆ, ਜਦੋਂ ਮੈਂ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦਾ ਸੀ, ਉੱਥੇ ਇੱਕ ਟੀਚਰ ਸਾਡੇ ਹੁੰਦੇ ਸੀ ਜਗਤ ਸਿੰਘ ਨਾਗਰਾ। ਉਹ ਇੰਗਲੈਂਡ ਚਲੇ ਗਏ ਸੀ। ਇੰਗਲੈਂਡ ਜਾ ਕੇ ਉਹਨਾਂ ਨੇ ਪੰਜਾਬੀ ਦਾ ਪ੍ਰੋਗਰਾਮ ਆਪਣਾ ਬਣਾਇਆ। ਇੰਗਲੈਂਡ 'ਚ ਸਾਰਾ ਪ੍ਰੋਗਰਾਮ ਉਹਨਾਂ ਦਾ ਬਣਿਆ ਹੋਇਆ ਚੱਲ ਰਿਹਾ, ਅੱਜ ਵੀ ਚੱਲ ਰਿਹਾ। ਅਤੇ ਉਹਨਾਂ ਨੇ ਲੈਵਲ ਬਣਾਏ ਸੀ ਐਲੀਮੈਂਟਰੀ ਤੋਂ ਲੈ ਕੇ ਸੈਕੰਡਰੀ ਤੱਕ। ਉਹ ਇੱਥੇ ਵਿਜ਼ਿਟ ਕਰਨ ਆਏ ਸੀ। ਮੈਂ ਤੁਰਦਾ ਫਿਰਦਾ ਮੈਕਡੋਨਲਡ ਜਾ ਵੜਿਆ। ਜਿਹੜੇ ਮੈਕਡੋਨਲਡ 'ਚ ਮੈਂ ਗਿਆ ਤਾਂ ਜਗਤ ਸਿੰਘ ਨਾਗਰਾ ਉੱਥੇ ਬੈਠੇ ਸੀ, ਮੈਕਡੋਨਲਡ 'ਚ ਹੈਮਬਰਗਰ ਖਾਂਦੇ ਸੀ। ਤਾਂ ਮੈਂ ਜਾ ਕੇ ਉਹਨਾਂ ਨੂੰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਬੁਲਾਈ। ਉਹ ਕਹਿੰਦੇ, ਉਹਨੇ ਪਛਾਣ ਲਿਆ ਮੈਨੂੰ, ਕਹਿੰਦੇ ਦੀਪ ਸਿੰਘ ਕਿੱਧਰ? ਮੈਂ ਕਿਹਾ ਮੈਂ ਇੱਥੇ ਬੱਚਿਆਂ ਲਈ ਥੋੜ੍ਹਾ ਸਮਾਨ ਲੈਣ ਆਇਆ ਸੀ। ਤਾਂ ਫਿਰ ਉਹਨਾਂ ਨੇ ਕਿਉਂਕਿ ਪੰਜਾਬੀ ਦਾ ਸਾਰਾ ਪ੍ਰੋਗਰਾਮ ਡਿਵੈਲਪ ਕੀਤਾ, ਐਮ.ਐਡ ਪੰਜਾਬੀ 'ਚ ਕੀਤੀ, ਫਿਰ ਉਹਨਾਂ ਨੇ PhD ਪੰਜਾਬੀ 'ਚ ਕੀਤੀ, ਅਤੇ ਉਹਨਾਂ ਦਾ ਸਾਰਾ ਸਮਾਨ ਜਿਹੜਾ ਬਣਿਆ ਸੀ ਉਹ ਫਿਰ ਸਾਰਾ ਸਮਾਨ ਮੈਨੂੰ ਦੇ ਗਏ। ਉਹ ਸਾਰੇ ਸਕੂਲਾਂ ਦੇ ਵਿੱਚ ਫਿਰ ਮੈਂ ਸਰਕੂਲੇਟ ਕਰ ਦਿੱਤਾ, ਜਿੰਨੇ ਵੀ ਸਰੀ ਵਿੱਚ ਸੀ ਸਕੂਲ, ਬਰਨਵੀ ਸੀਗੇ, ਜਾਂ ਜਿੱਥੇ ਵੀ ਕੋਈ ਸੀਗਾ ਬੰਦਾ ਪੰਜਾਬੀ ਪੜ੍ਹਾਉਂਦਾ, ਉਹ ਮੈਂ ਗਾਹਾਂ ਤੇ ਗਾਹਾਂ ਜਿਹੜਾ ਸਾਰਾ ਜਿਹੜਾ ਸਮਾਨ ਸੀ ਪੁੱਜਦਾ ਕਰ ਦਿੱਤਾ। ਅੱਜ ਵੀ ਮੈਂ ਜਿਹੜਾ ਹੈਗਾ, ਮੇਰਾ ਲੜਕਾ ਵੀ ਮੋਸਟਲੀ ਉਹਨਾਂ ਦਾ ਸਮਾਨ ਜਿਹੜਾ ਬਣਿਆ ਹੋਇਆ ਉਹ ਅਸੀਂ ਸਕੂਲ ਦੇ ਵਿੱਚ ਵਰਤਦੇ ਹਾਂ। ਉਹਨਾਂ ਨੇ ਪੰਜਾਬੀ ਮੇਡ ਈਜ਼ੀ ਕਿਤਾਬਾਂ ਛਾਪੀਆਂ ਸੀਆਂ, ਲੈਵਲ 1, ਲੈਵਲ 2, ਲੈਵਲ 3, ਲੈਵਲ 4, ਇਸੇ ਤਰੀਕੇ ਨਾਲ ਉੱਪਰ ਤੱਕ A ਲੈਵਲ, O ਲੈਵਲ। ਇਹ ਬੱਚੇ ਦੇ ਲੈਵਲ 'ਤੇ ਡਿਪੈਂਡ ਕਰਦਾ ਵੀ ਉਹ ਕਿਹੜਾ ਲੈਵਲ ਪੜ੍ਹਨਾ ਚਾਹੁੰਦਾ, ਉਸ ਲੈਵਲ ਦੇ ਨਾਲ। ਕੁਛ ਅਸੀਂ ਆਪ ਵੀ ਇੱਕ ਕਿਤਾਬ ਬਣਾਈ ਸੀ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਰੋਸ ਸਟਰੀਟ ਵਿੱਚ। ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਅਤੇ ਜਸਵੀਰ ਸਿੰਘ ਗੰਢਮ, ਉਹ ਨੇ ਰਲ ਕੇ ਉੱਥੇ ਕਾਇਦਾ ਤਿਆਰ ਕੀਤਾ ਸੀ। ਉਹ ਮੇਰੇ ਕੋਲ ਹੈਗਾ। ਉਸ ਕਾਇਦੇ ਵਿੱਚ ਸਾਰੀ ਬੇਸਿਕ ਇਨਫੋਰਮੇਸ਼ਨ ਆ, ਜਿਹੜੀ 11ਵੀਂ 12ਵੀਂ ਲੈਵਲ ਦੀ ਪੰਜਾਬੀ ਸਾਰੀ ਉਸ ਕਾਇਦੇ ਵਿੱਚ ਹੈਗੀ ਆ। ਉਹ ਕਾਇਦਾ ਵੀ ਅਸੀਂ ਵਰਤਦੇ ਸੀ। ਉਹੀ ਕਾਇਦਾ ਨਿਊ ਵੈਸਟ ਨੇ ਪ੍ਰਿੰਟ ਕੀਤਾ, ਉਹੀ ਕਾਇਦਾ ਫਿਰ ਸਰੀ ਗੁਰਦੁਆਰਾ ਸਾਹਿਬ ਨੇ ਪ੍ਰਿੰਟ ਕੀਤਾ, ਉਹੀ ਸਾਰੇ ਕੈਨੇਡਾ ਦੇ ਵਿੱਚ ਵਰਤਿਆ ਜਾਂਦਾ ਰਿਹਾ, ਅੱਜ ਵੀ ਵਰਤਿਆ ਜਾਂਦਾ। ਦੇਖੋ ਜੀ, 1975 'ਚ ਮੈਂ ਇੱਥੇ ਜਦੋਂ ਇੰਡੀਆ ਤੋਂ ਆਇਆ, ਤਾਂ ਉਸ ਵੇਲੇ ਜਦੋਂ ਮੈਂ ਦੇਖਿਆ ਵੀ ਸਵੇਰ ਤੋਂ ਸ਼ਾਮ ਤੱਕ ਮੈਂ ਘਰ ਬੈਠਾ, ਜਿਨ੍ਹਾਂ ਦੇ ਕੋਲ ਮੈਂ ਰਹਿੰਦਾ ਹਾਂ ਉਹ ਕੰਮਾਂ ਕਾਰਾਂ 'ਤੇ ਚੱਲ ਜਾਂਦੇ ਆ, ਸਵੇਰ ਤੋਂ ਸ਼ਾਮ ਤੱਕ ਮੇਰੇ ਕੋਲ ਕਰਨੇ ਨੂੰ ਕੁਛ ਨਹੀਂ, ਹਾਂਜੀ। ਅਤੇ ਮੈਨੂੰ ਸਾਰਾ ਕੁਛ ਨਵਾਂ ਨਵਾਂ ਲੱਗਦਾ ਸੀ, ਠੀਕ ਹੈ ਜੀ। ਅਤੇ ਉੱਥੇ ਮੈਂ ਹਾਈ ਸਕੂਲ ਦੇ ਵਿੱਚ ਮੈਥੇਮੈਟਿਕਸ ਸਾਇੰਸ ਦਾ ਟੀਚਰ ਸੀ। ਮੇਰੀ ਐਕਟੀਵਿਟੀ ਇੱਕਦਮ ਹੀ ਬੰਦ ਹੋ ਗਈ। ਮੈਂ ਥੋੜ੍ਹਾ ਜਿਹਾ ਜਾਣੀ ਮਹਿਸੂਸ ਕਰਨ ਲੱਗ ਪਿਆ ਵੀ ਮੈਨੂੰ ਤਾਂ ਕੁਛ ਕਰਨਾ ਚਾਹੀਦਾ। ਜਿੱਥੇ ਮੈਂ ਜੋਬਾਂ ਲਈ ਅਪਲਾਈ ਕਰਦਾ ਸੀ, ਜੋਬ ਲਈ ਹਾਇਰ ਨਹੀਂ ਸੀ ਕਰਦਾ ਕੋਈ। ਸੋ ਇਸ ਗੱਲ ਕਰਕੇ ਫਿਰ ਮੈਂ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਸੁਸਾਇਟੀਆਂ, ਆਪਣੇ ਬ੍ਰਦਰ ਇਨ ਲਾਅ ਨੂੰ ਨਾਲ ਲੈ ਕੇ ਉਹਨਾਂ ਕੋਲ ਗਿਆ।
ਉਹ ਕਹਿੰਦੇ ਠੀਕ ਹੈ ਜੀ, ਸਾਡੇ ਪੰਜਾਬੀ ਸਕੂਲ ਚੱਲਦੇ ਆ, ਪਰ ਤਨਖਾਹ ਕੋਈ ਨਹੀਂ, ਪਰ ਤੁਸੀਂ ਵਲੰਟੀਅਰ ਤੌਰ 'ਤੇ ਇਹਨਾਂ ਨੂੰ ਪੜ੍ਹਾਈ ਜਾਓ। ਤਾਂ ਮੈਂ ਫਿਰ ਵਲੰਟੀਅਰ ਤੌਰ ਦੇ ਉੱਤੇ ਜਾ ਕੇ ਬੱਚਿਆਂ ਨੂੰ ਜਿਹੜੀ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ, ਸਾਰੇ ਹੀ ਗੁਰਦੁਆਰਿਆਂ ਵਿੱਚ ਲੋਅਰ ਮੈਨਲੈਂਡ ਦੇ ਐਬਟਸਫੋਰਡ ਤੱਕ ਹੈ ਜੀ ਬੱਚਿਆਂ ਨੂੰ ਪੜ੍ਹਾਇਆ। ਈਵਨ ਮੈਨੂੰ ਲੱਗਦਾ 2 ਕੁ ਵਾਰੀ ਸ਼ਾਇਦ ਸਾਨੂੰ ਉਹਨਾਂ ਨੇ ਕੈਂਪ ਰਿਵਰ ਵੀ ਸੱਦਿਆ ਅਤੇ ਵਿਲੀਅਮ ਲੇਕ ਵੀ ਸੱਦਿਆ ਕੈਂਪਾਂ ਵਾਸਤੇ ਅਤੇ ਬੇਸਿਕ ਪੰਜਾਬੀ ਪੜ੍ਹਾਉਣ ਵਾਸਤੇ। ਅਤੇ 1991 'ਚ 6 ਕੁ ਹਫ਼ਤਿਆਂ ਵਾਸਤੇ ਸਾਨੂੰ ਅਮਰੀਕਾ ਵੀ ਸੱਦਿਆ ਸੀ। ਜਿੱਥੇ ਵੀ ਮੈਨੂੰ ਚਾਂਸ ਮਿਲਿਆ, ਜਿੱਥੇ ਵੀ ਮੈਨੂੰ ਕਿਸੇ ਨੇ ਸੱਦਿਆ, ਸਾਰੇ ਘਰ ਦੇ ਕੰਮ ਛੱਡ ਕੇ ਆਪਣਾ ਬੈਗ ਲੈ ਕੇ ਮੈਂ ਬਾਹਰ ਚਲਾ ਗਿਆ। ਉਸੇ ਵੇਲੇ ਉਹਨੂੰ ਹਾਂ ਕੀਤੀ ਵੀ ਹਾਂ ਬਾਈ ਠੀਕ ਆ, ਮੈਂ ਅਵੇਲੇਬਲ ਹਾਂ, ਤੁਸੀਂ ਦੱਸੋ ਮੈਂ ਕਦੋਂ ਆਵਾਂ। ਇੱਦਾਂ ਹੀ ਟੋਰਾਂਟੋ ontario ਵੀ ਗਿਆ ਹੈ ਜੀ, ਅਤੇ BC ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਜਾਂਦਾ ਰਿਹਾ, ਅਤੇ ਸਾਰੇ ਘੁੰਮ ਫਿਰ ਕੇ ਬੱਚਿਆਂ ਦੀ ਜਿਹੜੀ ਸੀਗੀ ਸੇਵਾ ਪੰਜਾਬੀ ਬੋਲੀ ਰਾਹੀਂ, ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਰਾਹੀਂ। ਉਹ ਜਿਹੜਾ ਸੀਗਾ ਨਾ ਜੀ, ਮੇਰੇ ਲਈ ਤਾਂ ਬਹੁਤ ਵੱਡਾ ਚੈਲੰਜ ਸੀਗਾ ਉਹ, ਕਿਉਂਕਿ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ ਨਹੀਂ, ਉਹਨਾਂ ਨੂੰ ਸਿਖਾਉਣੀ ਹੋਰ ਵੀ ਬਹੁਤ ਜ਼ਿਆਦਾ ਔਖੀ ਸੀ। ਮੈਂ ਬਹੁਤ ਜ਼ਿਆਦਾ ਟੁੱਟ ਜਾਂਦਾ ਸੀ, ਥੱਕ ਜਾਂਦਾ ਸੀ। ਮੈਂ ਮਿਹਨਤ ਜ਼ਿਆਦਾ ਕਰਦਾ ਸੀ, ਮਿਹਨਤ ਕਰਕੇ ਤਾਂ ਪੌਣੇ ਕੁ 3 ਘੰਟੇ ਦੀ ਕਲਾਸ ਹੁੰਦੀ ਸੀ ਜੌਨ ਓਲੀਵਰ ਹਾਈ ਸਕੂਲ 'ਚ। 4 ਸਾਲ ਮੈਂ ਪੜ੍ਹਾਇਆ, ਲੇਕਿਨ ਫਿਰ ਮੈਂ ਇੰਨਾ ਥੱਕ ਗਿਆ, ਕਿਉਂਕਿ ਫੁੱਲ ਟਾਈਮ ਮੈਂ ਸਕੂਲ 'ਚ ਪੜ੍ਹਾਉਂਦਾ ਸੀ, ਹਾਈ ਸਕੂਲ 'ਚ, ਅਤੇ ਸ਼ਾਮ ਨੂੰ ਕਲਾਸਾਂ ਉੱਥੇ ਲੈਂਦਾ ਸੀ। ਅਤੇ ਮੈਨੂੰ ਫੈਮਿਲੀ ਨੇ ਸਲਾਹ ਦਿੱਤੀ ਵੀ ਤੁਸੀਂ ਇੰਨਾ ਨਾ ਕਰੋ, ਕਿਉਂਕਿ ਇਹਦੇ ਨਾਲ ਫਿਰ ਤੁਹਾਡੀ ਹੈਲਥ ਇਫੈਕਟ ਹੋ ਜਾਣੀ। ਹੈਲਥ ਮੇਰੀ ਇਫੈਕਟ ਹੋਈ ਵੀ। ਅਤੇ ਫਿਰ ਮੈਂ ਕਿਸੇ ਬੰਦੇ ਨੂੰ ਨਾਲ ਗੱਲਬਾਤ ਕੀਤੀ, ਉਹਦਾ ਨਾਂ ਸੀ ਗਿਆਨ ਸਿੰਘ ਕੋਟਲੀ। ਉਹ ਵੈਨਕੂਵਰ ਰਹਿੰਦੇ ਹੁੰਦੇ ਸੀ। ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਇੱਦਾਂ, ਮੈਂ ਪੰਜਾਬੀ ਦਾ ਇੱਕ ਪ੍ਰੋਗਰਾਮ ਇੱਥੇ ਚਲਾਇਆ ਹੈ ਜੀ, ਜਿਹਦੇ ਵਿੱਚ ਪੁਲਿਸ ਆਫੀਸਰਸ ਆਉਂਦੇ ਆ, ਫਾਇਰ ਫਾਈਟਰਸ ਆਉਂਦੇ ਆ, ਹੈਲਥ ਵਰਕਰਸ ਆਉਂਦੇ ਆ, ਹੋਸਪਿਟਲਾਂ 'ਚੋਂ ਆਉਂਦੇ ਆ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਹੀਂ। ਤੁਸੀਂ ਉਹਨਾਂ ਨੂੰ ਕਲਾਸਾਂ ਪੜ੍ਹਾਓ। ਸਾਰਾ ਕੁਛ ਮੈਂ ਸੈਟਅਪ ਕੀਤਾ ਹੋਇਆ, ਬੁੱਕ ਮੈਂ ਬਣਾ ਦਿੱਤੀ ਆ, ਕਿਤਾਬ ਮੇਰੇ ਕੋਲ ਆ, ਕੱਲਾ ਕੱਲਾ ਬਣਿਆ ਬਣਾਇਆ ਲਾਓ, ਅਤੇ ਹੁਣ ਤੁਸੀਂ ਮੌਜਾਂ ਲਾਓ। ਉਹਨਾਂ ਨੇ ਸ਼ਾਇਦ 1 ਸਮੈਸਟਰ ਤੋਂ ਬਾਅਦ ਉਹ ਜਿਹੜਾ ਪ੍ਰੋਗਰਾਮ ਸੀ ਫਿਰ ਉਹ ਬਾਅਦ ਚੱਲਿਆ ਨਹੀਂ। ਸੋ 4 ਕੁ ਸਾਲ ਮੈਂ ਉੱਥੇ ਉਹ ਕਲਾਸਾਂ ਪੜ੍ਹਾਉਂਦਾ ਰਿਹਾ, ਪਰ ਉਹ ਛੱਡਦੇ ਨਹੀਂ ਸੀ ਮੈਨੂੰ, ਪਰ ਮੇਰੇ 'ਤੇ ਫਿਰ ਇੰਨਾ ਹੈਂਡਲ ਨਹੀਂ ਸੀ ਹੁੰਦਾ, ਕਿਉਂਕਿ ਤੁਸੀਂ ਜਦ ਫੁੱਲ ਟਾਈਮ ਨਾ ਹਾਈ ਸਕੂਲ 'ਚ ਪੜ੍ਹਾਉਂਦੇ ਆ, ਤਾਂ ਫਿਰ ਤੁਸੀਂ ਸ਼ਾਮ ਨੂੰ ਜਿਹੜਾ ਜੋਬ ਆ ਉਹ ਕਰਨੀ ਬਹੁਤ ਔਖੀ ਹੋ ਜਾਂਦੀ, ਕਿਉਂਕਿ ਸਕੂਲ ਦਾ ਕੰਮ ਵੀ ਬਹੁਤ ਹੈਵੀ ਹੁੰਦਾ। ਹਾਂਜੀ। ਅਤੇ ਉਹਨਾਂ ਗੋਰਿਆਂ ਨੂੰ ਜਿਹੜਾ ਪੜ੍ਹਾਉਣਾ ਸੀਗਾ, ਜਾਂ ਜਿਨ੍ਹਾਂ ਦੀ ਚਾਈਨੀਜ਼ ਬੰਦੇ ਸੀ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਹੀਂ ਸੀ, ਉਹ ਇੰਨਾ ਸੌਖਾ ਕੰਮ ਨਹੀਂ ਸੀ। ਅਤੇ ਮੈਂ ਫਿਰ ਉਹ ਲਿਖ ਲਿਖ ਕੇ ਪੰਜਾਬੀ ਲਿਖਣੀ, ਫਿਰ ਥੱਲੇ ਉਹਦੀ ਇੰਗਲਿਸ਼ ਬਣਾ ਬਣਾ ਕੇ ਲਿਖਣੀ ਹੈ ਜੀ, ਫਿਰ ਉਹ ਡਰਿਲ ਵਰਕ ਕਰਾਉਣੇ ਹੈ ਜੀ। ਤਾਂ ਹੌਲੀ ਹੌਲੀ ਜਨਰਲੀ ਸਪੀਕਿੰਗ, ਮਤਲਬ ਜਿਹੜੇ ਫਾਇਰ ਫਾਈਟਰ ਸੀ, ਜਿਹੜਾ ਉਹਨਾਂ ਦਾ ਕੰਮ ਹੁੰਦਾ ਸੀਗਾ, ਮਤਲਬ ਉਹਨਾਂ ਨਾਲ ਰਿਲੇਟਡ, ਇੱਦਾਂ ਪੁਲਿਸ ਆਫਿਸਰ ਵਾਲਿਆਂ ਦਾ ਉਹਨਾਂ ਨਾਲ ਰਿਲੇਟਡ, ਉਹ ਜਿਹੜੀ ਵੋਕੈਬਲਰੀ ਸੀ, ਟਰਮੀਨੋਲੋਜੀ, ਉਹ ਸਾਰੀ ਮੈਂ ਬਣਾ ਲਈ ਸੀ ਹੈ ਜੀ। ਉਹ ਫਿਰ ਉਹਨਾਂ ਨੂੰ ਸੌਖੇ ਤਰੀਕੇ ਦੇ ਨਾਲ ਉਹਨਾਂ ਨੂੰ ਪੜ੍ਹਾਉਂਦਾ ਰਿਹਾ, ਤਾਂ ਕਿ ਸਾਡੇ ਲੋਕਾਂ ਦੀ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਉਹਨਾਂ ਦੀ ਮਦਦ ਹੋ ਜਾਏ। ਸੋ ਇਸ ਗੱਲ ਕਰਕੇ ਗੁਰੂ ਨੇ ਬਹੁਤ ਕਿਰਪਾ ਕੀਤੀ ਆ, ਉਹਨੇ ਆਪਣੀ ਮਿਹਰ ਕਰਕੇ ਜਾਣੀ ਇਹ ਕੰਮ ਕਰਵਾਇਆ, ਅਤੇ ਕੰਮ ਇਹ ਵਧਿਆ। ਜਦੋਂ ਖਾਲਸਾ ਸਕੂਲ ਸ਼ੁਰੂ ਹੋਇਆ, ਤਾਂ ਉੱਥੇ ਉਹਨਾਂ ਨੇ ਮੈਨੂੰ ਵਾਈਸ ਪ੍ਰਿੰਸੀਪਲ ਦੇ ਤੌਰ 'ਤੇ ਨੌਕਰੀ ਦਿੱਤੀ ਸੀ, ਅਤੇ ਉਹ ਸਕੂਲ ਦੇ ਵਿੱਚ ਵੀ ਮੈਂ ਜਿਹੜਾ ਸੀਗਾ ਪੂਰੇ ਤਨ ਨਾਲ, ਮਨ ਨਾਲ, ਧਨ ਨਾਲ। ਤੁਹਾਨੂੰ ਪਤਾ, ਕੋਈ ਵੀ ਜਿਹੋ ਚੀਜ਼ ਨਵੀਂ ਸ਼ੁਰੂ ਹੁੰਦੀ ਕਿ ਸੁਖਾਲੀ ਨਹੀਂ ਹੁੰਦੀ, ਤੁਹਾਨੂੰ ਦਿਨ ਅਤੇ ਰਾਤ ਕੰਮ ਕਰਨਾ ਪੈਂਦਾ ਹੈ। 7 ਦਿਨ ਮੈਂ ਕੰਮ ਉੱਥੇ ਕਰਦਾ ਸੀ, 7 ਦਿਨ ਕੰਮ ਕਰ ਕਰਕੇ ਉਹ ਸਕੂਲ ਨੂੰ ਅਸੀਂ ਕਾਮਯਾਬ ਕੀਤਾ। 65 ਨਿਆਣਿਆਂ ਤੋਂ ਸ਼ੁਰੂ ਹੋਇਆ ਸੀ, ਅੱਜ 8 ਖਾਲਸਾ ਸਕੂਲ ਚੱਲਦੇ ਆ। 8 ਖਾਲਸਾ ਸਕੂਲ ਆ, ਮੈਨੂੰ ਲੱਗਦਾ 3-4 ਹਜ਼ਾਰ ਸ਼ਾਇਦ ਇਹ ਤੋਂ ਵੱਧ ਇੱਥੇ ਬੱਚਾ ਪੜ੍ਹਦਾ ਹੋਣਾ। ਅਕੈਡਮੀਆਂ ਚੱਲਦੀਆਂ ਹੈ ਜੀ, ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਚੱਲਦਾ, ਦਸ਼ਮੇਸ਼ ਪੰਜਾਬੀ ਸਕੂਲ ਚੱਲਦਾ, ਉਹਨਾਂ ਦੇ ਹੋਰ ਇਕੱਲੇ ਗੁਰਦੁਆਰੇ ਵਿੱਚ ਚੱਲਦੇ ਆ। ਅਤੇ ਮੈਂ ਤੁਹਾਨੂੰ ਗੱਲ ਇੱਕ ਦੱਸ ਦੇਣੀ ਚਾਹੁੰਦਾ, ਇਹਨੂੰ ਨੋਟ ਕਰ ਲਿਓ, ਇਹਨੂੰ ਹਾਈਲਾਈਟ ਵੀ ਕਰੋ। ਜੇ ਪੰਜਾਬੀ ਨੂੰ ਸੰਭਾਲਿਆ, ਜੇ ਪੰਜਾਬੀ ਗੁਰਮੁਖੀ ਨੂੰ ਕਿਸੇ ਨੇ ਸੰਭਾਲਿਆ, ਤਾਂ ਉਹ ਗੁਰਦੁਆਰਿਆਂ ਨੇ ਸੰਭਾਲਿਆ। ਦੇਖੋ ਜੀ, ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਉਹਨਾਂ ਨੇ ਪੰਜਾਬੀ ਸਕੂਲ ਐਸਟੈਬਲਿਸ਼ ਕੀਤੇ ਹੋਏ ਸੀ। ਕਮਰੇ ਸੀ 2 ਹੈ ਜੀ, ਛੋਟਿਆਂ ਬੱਚਿਆਂ ਲਈ ਅਤੇ ਵੱਡਿਆਂ ਬੱਚਿਆਂ ਲਈ। ਜੇ ਜ਼ਿਆਦਾ ਗਿਣਤੀ ਹੁੰਦੀ ਸੀ ਤਾਂ ਫਿਰ ਸਾਨੂੰ ਅਸੀਂ ਬਾਲਕੋਨੀ 'ਚ ਕਲਾਸ ਲਾ ਲੈਂਦੇ ਸੀ। ਉੱਥੇ ਸਾਨੂੰ ਫੋਟੋਕਾਪੀ ਮਸ਼ੀਨ ਵੀ ਸੀ, ਸਾਨੂੰ ਸਾਰਾ ਪੇਪਰ ਸਪਲਾਈ ਸੀ, ਕਿਤਾਬਾਂ ਸਾਰੀਆਂ ਸਾਨੂੰ ਸਪਲਾਈ ਕਰਦੇ ਸੀ, ਸਾਨੂੰ ਸਾਰਾ ਕੁਛ ਦਿੰਦੇ ਸੀ। ਜੋ ਅਸੀਂ ਉਹਨਾਂ ਨੂੰ ਲਿਖ ਕੇ ਦਿੰਦੇ, ਸਾਨੂੰ ਸਾਰਾ ਕਮੇਟੀ ਸਪਲਾਈ ਕਰਦੀ ਸੀ। ਸੋ ਕਮੇਟੀਜ਼ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਸਾਰੇ ਗੁਰਦੁਆਰਿਆਂ ਵਿੱਚ। ਮੈਂ ਇੱਕ ਗੁਰਦੁਆਰੇ ਦਾ ਨਾਂ ਨਹੀਂ ਲੈਂਦਾ, ਸਾਰੇ ਗੁਰਦੁਆਰਿਆਂ ਨੇ ਹੈ ਜੀ, ਤਾਂ ਕਿ ਜਿਹੜੀ ਸਾਡੀ ਮਾਂ ਬੋਲੀ ਗੁਰਮੁਖੀ ਪੰਜਾਬੀ ਹੈ ਵਧੇ ਫੁੱਲੇ, ਇਹ ਤਰੱਕੀ ਕਰੇ ਹੈ ਜੀ। ਅਤੇ ਉਹਨਾਂ ਨੇ ਜਿਹੜੀ ਲਿਸਟ ਉਹਨਾਂ ਨੇ ਮੰਗਣੀ, ਉਹਨਾਂ ਨੂੰ ਦੇ ਦੇਣੀ, ਉਹਨੇ ਵਾਧੂ ਸਮਾਨ ਲਿਆ ਕੇ ਰੱਖ ਦੇਣਾ ਹੈ ਜੀ। ਪੂਰੇ ਡੈਸਕ, ਪੂਰੇ ਬੋਰਡ ਹੈ ਜੀ, ਫੋਟੋਕਾਪੀ ਮਸ਼ੀਨ ਹੈ ਜੀ, ਰੀਸੈਸ ਵਗੈਰਾ, ਰੀਸੈਸ ਸੁਪਰਵਿਜ਼ਨ, ਸਾਰਾ ਕੁਛ ਹੀ ਉੱਥੇ ਅਵੇਲੇਬਲ ਸੀ। ਈਵਨ ਯੂਨੀਫਾਰਮ ਵੀ, ਹਾਂ ਬੱਚਿਆਂ ਨੂੰ, ਮਤਲਬ ਹਾਂ। ਅੱਗੇ 1987 ਤੋਂ 2002 ਤੱਕ 15 ਸਾਲ ਬਣਦੇ ਆ, ਮੰਗਲਵਾਰ ਅਤੇ ਵੀਰਵਾਰ।
ਸੈਕੰਡ ਸਟਰੀਟ ਕਮਿਊਨਿਟੀ ਸਕੂਲ 4 ਵਜੇ ਤੋਂ 5:30, 5:30 ਛੁੱਟੀ ਕਰਨੀ। ਐਡਮੰਡ ਸਕੂਲ ਦੇ ਵਿੱਚ 6 ਤੋਂ 7:30, 7:30 ਛੁੱਟੀ ਕਰਨੀ। ਰਾਈਟ ਵੇ ਸਰੀ ਗੁਰਦੁਆਰੇ ਚਲ ਜਾਣਾ। ਰਾਈਟ ਵੇ ਕਾਰ ਨੂੰ ਚਾਬੀ ਲਈ ਚਲੋ ਸਰੀ ਗੁਰਦੁਆਰੇ। ਉੱਥੇ 8 ਵਜੇ ਜਾ ਕੇ ਸ਼ੁਰੂ ਕਰਨਾ, 9:30 ਉੱਥੇ ਕਲਾਸਾਂ ਜਾਣੀ ਫਿਨਿਸ਼ ਕਰਨੀਆਂ ਕੰਟੀਨਿਊਸ, ਮੰਗਲਵਾਰ ਤੇ ਵੀਰਵਾਰ। ਜਿਹੜੇ ਹੁੰਦੇ ਸੀਗੇ ਜਿਹੜੇ ਇਹਦੇ ਸਕੂਲ ਹੁੰਦੇ ਸੀ ਆਪਣੇ ਬਰਨਵੀ ਦੇ, ਉਹ ਸੀਗਾ ਸੈਕੰਡ ਸਟਰੀਟ ਸਕੂਲ, ਨੈਲਸਨ ਸਕੂਲ, ਸਟਰਾਈਡ ਸਕੂਲ ਅਤੇ ਨਾਲ ਸੀਗਾ ਐਡਮੰਡ ਸਕੂਲ। 4 ਸਕੂਲਾਂ ਵਿੱਚ ਚਲੀਆਂ ਕਲਾਸਾਂ ਅਤੇ ਬਹੁਤ ਜ਼ਿਆਦਾ ਵੱਡੀ ਗਿਣਤੀ ਬੱਚਿਆਂ ਨੇ ਉੱਥੇ ਪੰਜਾਬੀ ਮਾਂ ਬੋਲੀ ਦਾ ਫਾਇਦਾ ਲਿਆ ਅਤੇ ਕਾਫੀ ਬੱਚਿਆਂ ਪਰਿਵਾਰਾਂ ਨੇ ਸਿੱਖੀ। ਬਹੁਤ ਜ਼ਿਆਦਾ ਪ੍ਰਿੰਸੀਪਲ ਗੁਰਦੇਵ ਸਿੰਘ ਢਾਲੀਵਾਲ, ਉਹ ਉੱਥੇ ਪ੍ਰਿੰਸੀਪਲ ਹੁੰਦੇ ਸੀ। 1982 ਤੱਕ ਸ਼ਾਇਦ ਉੱਥੇ ਰਹੇ ਉਹ। ਕੋਈ 400 ਤੋਂ ਸਭ ਤੋਂ ਜਾਣੀ 20 ਦਾ ਜੇ ਕੋਈ ਵੱਡਾ ਪੰਜਾਬੀ ਸਕੂਲ ਚੱਲਿਆ ਤਾਂ ਉਹ ਰੋਸ ਗੁਰਦੁਆਰੇ ਚੱਲਿਆ, ਜਿਹਨੂੰ ਖਾਲਸਾ ਦੀਵਾਨ ਸਟੀ ਰੋਸ ਗੁਰਦੁਆਰਾ ਕਹਿੰਦੇ ਆ। 400 ਤੋਂ ਉੱਪਰ ਬੱਚੇ ਸੀ। ਜਿਹੜਾ ਗੁਰੂ ਅਮਰਦਾਸ ਨਿਵਾਸ ਆ ਉਹ ਬੱਚਿਆਂ ਨਾਲ ਭਰੇ, ਬੈਠਣ ਨੂੰ ਖੜ੍ਹਨ ਨੂੰ ਥਾਂ ਨਹੀਂ ਸੀ ਮਿਲਦਾ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਕਿੰਨੇ ਕੁ ਮਾਪੇ ਖੁਸ਼ ਹੋਣਗੇ, ਕਿੰਨੇ ਕੁ ਬੱਚੇ ਖੁਸ਼ ਹੋਣਗੇ, ਉਹਨਾਂ ਨੂੰ ਕੀ ਮਿਲਦਾ ਹੋਊਗਾ ਹੈਂ। ਜਿਹੜੇ 400 ਤੋਂ ਉੱਪਰ ਹੈ ਜੀ। ਹੁਣ ਜਿੱਥੇ ਮੈਂ ਸਕੂਲੇ ਪੜ੍ਹਾਉਣਾ ਨਾ, ਮਿਡਲ ਸਕੂਲ ਦੇ ਵਿੱਚ, ਪਬਲਿਕ ਸਕੂਲ 'ਚ, ਉੱਥੇ ਸਾਡੇ ਕੋਲ ਸਾਰੇ 325 ਕੁ ਨਿਆਣੇ ਆ। ਉਹ ਮੈਂ 400 ਦੀ ਗੱਲ ਕੀਤੀ ਆ। ਸੋ ਸਾਰਾ ਗੁਰੂ ਅਮਰਦਾਸ ਨਿਵਾਸ ਉਹਨਾਂ ਬੱਚਿਆਂ ਨਾਲ ਭਰਿਆ ਹੁੰਦਾ ਸੀ। ਇਹ ਅੱਖੀਂ ਡਿੱਠਾ ਹਾਲ ਆ। ਮੈਂ ਉੱਥੇ ਜਾਂਦਾ ਰਿਹਾ। ਉਹਨੇ ਪ੍ਰਿੰਸੀਪਲ ਸਾਹਿਬ ਦੀ ਸਪੋਰਟ ਕਰ, ਜਦੋਂ ਫੋਨ ਕਰਦੇ ਮੈਂ ਉੱਥੇ ਜਾ ਕੇ ਬੱਚਿਆਂ ਦੀ ਮਦਦ ਕਰਦਾ ਸੀ, ਖਾਸ ਕਰਕੇ ਕੈਂਪਾਂ ਵਿੱਚ, ਖਾਸ ਕਰਕੇ ਵੱਡੀਆਂ ਕਲਾਸਾਂ ਪੜ੍ਹਾਉਣ ਵਿੱਚ। ਸੋ ਇਸ ਗੱਲ ਕਰਕੇ ਬੱਚਿਆਂ ਦਾ ਜਿਹੜਾ ਮਾਪਿਆਂ ਦਾ ਸੀ ਨਾ ਝੁਕਾਓ ਇਸ ਪਾਸੇ ਵੱਲ ਨੂੰ, ਉਹ ਇਹ ਸੀ ਵੀ ਸਾਡੇ ਨਿਆਣੇ ਆਪਣੀ ਜੜ੍ਹਾਂ ਨਾਲ ਜੁੜਨ, ਆਪਣੇ ਮੂਲ ਨਾਲ ਜੁੜਨ, ਸਾਡੇ ਵੱਡੇ ਵਡੇਰਿਆਂ ਨਾਲ ਗੱਲਾਂ ਬਾਤਾਂ ਕਰਨ। ਇਹ ਇੰਡੀਆ ਜਾਣਗੇ, ਉੱਥੇ ਸਮਝਣਗੇ ਕੀ ਹੋ ਰਿਹਾ, ਕਮਿਊਨੀਕੇਸ਼ਨ, ਚਿੱਠੀਆਂ ਲਿਖਣਗੇ, ਚਿੱਠੀਆਂ ਪੜ੍ਹਨਗੇ, ਅਖਬਾਰਾਂ ਪੜ੍ਹਨਗੇ, ਮੂਵੀ ਦੇਖਣਗੇ, ਗਾਣੇ ਸੁਣਨਗੇ, ਗਾਣੇ ਗਾਉਣਗੇ। ਇਹ ਆਪਣੇ ਕਲਚਰ ਜੜ੍ਹਾਂ ਦੇ ਨਾਲ, ਆਪਣੇ ਮੂਲ ਨਾਲ ਜੁੜਨਗੇ, ਇਹਨਾਂ ਨੂੰ ਸੁੱਖ ਮਿਲੂਗਾ। ਉਹਨਾਂ ਦਾ ਝੁਕਾਓ ਇਸ ਕਰਕੇ ਸੀ ਵੀ ਇਹ ਬਹੁਤ ਨੋਬਲ ਕਾਜ਼ ਆ। ਸੋ ਇਸ ਗੱਲ ਕਰਕੇ ਝੁਕਾਓ ਜਿਹੜਾ ਹੁੰਦਾ ਨਾ ਮਾਪਿਆਂ ਦਾ, ਮਾਪਿਆਂ ਨੇ ਇੰਟਰਸਟ ਇਹਨਾਂ ਕਿਉਂ ਸ਼ੋਅ ਕੀਤਾ, ਮਾਪੇ ਕਿਉਂ ਲੈ ਕੇ ਆਉਂਦੇ ਸੀ। ਹੁਣ ਕੰਮਾਂ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਆਉਣਾ ਸੌਖਾ ਤਾਂ ਕੰਮ ਹੈ ਨਹੀਂ। ਪਹਿਲਾਂ ਸਾਰੀ ਦਿਹਾੜੀ ਆਪਣੀਆਂ ਜੋਬਾਂ ਕਰਨੀਆਂ, ਮੁੜ ਕੇ ਨਿਆਣਿਆਂ ਨੂੰ ਗੁਰਦੁਆਰੇ ਨੂੰ ਖਿੱਚੀ ਆਉਣਾ ਸੌਖਾ ਤਾਂ ਹੈ ਨਹੀਂ। ਲੇਕਿਨ ਉਹਨਾਂ ਦੇ ਦਿਲ ਦੇ ਵਿੱਚ ਇੱਕ ਤਾਂਘ ਸੀ ਕਿ ਸਾਡੇ ਬੱਚੇ ਮਾਂ ਬੋਲੀ ਨਾਲ ਜੁੜ ਜਾਣ, ਤਾਂ ਆਉਂਦੇ ਸੀ ਹੈ ਜੀ। ਮੈਨੂੰ ਖੁਸ਼ੀ ਇਹ ਮਿਲਦੀ ਸੀ ਕਿ ਸਤਿਗੁਰ ਨੇ ਕਿਰਪਾ ਕੀਤੀ, ਗੁਰੂ ਅੰਗਦ ਮਹਾਰਾਜ ਨੇ ਮੈਨੂੰ ਇਸ ਪਾਸੇ ਲਾਇਆ। ਮੈਂ ਇਹ ਕੰਮ ਹੱਸ ਕੇ ਕਰਦਾ, ਦੌੜਾ ਮੈਂ ਫਿਰਦਾ ਹੈ ਜੀ। ਤੁਸੀਂ ਦੇਖ ਲਓ ਨਿਊ ਵੈਸਟਮਿੰਸਟਰ ਸਕੂਲ ਡਿਸਟ੍ਰਿਕਟ ਦੇ ਵਿੱਚ 71 ਸਾਲ ਦਾ ਬੰਦਾ ਅੱਜ ਵੀ ਦੌੜਾ ਫਿਰਦਾ। 71 at age 71 I walk straight ਹੈ ਜੀ, I talk straight। ਸੋ ਇਸ ਗੱਲ ਕਰਕੇ ਕੋਈ ਪ੍ਰੋਬਲਮ ਨਹੀਂ, ਮੈਨੂੰ ਖੁਸ਼ੀਆਂ ਅੰਦਰੋਂ ਮਿਲੀ ਜਾਂਦੀਆਂ ਹੈ। ਚਿੱਟੀ ਸਫੈਦ ਦਾੜੀ ਵਾਲਾ ਇੱਕ ਮੈਨੂੰ ਨਿਆਣਾ ਕਹਿੰਦਾ ਆਰ ਯੂ ਏ ਟਰੱਕ ਡਰਾਈਵਰ। ਮੈਂ ਕਿਹਾ ਯਾ ਟਰੱਕ ਡਰਾਈਵਿੰਗ ਇਜ਼ ਏ ਨੋਬਲ ਪ੍ਰੋਫੈਸ਼ਨ ਬਟ ਆਈ ਐਮ ਏ ਟੀਚਰ। ਕਿਉਂਕਿ ਸਾਡੇ ਜਨਰਲੀ ਟਰੱਕ ਚਲਾਉਂਦੇ ਆ, ਟੈਕਸੀਆਂ ਚਲਾਉਂਦੇ ਹੈ ਨਾ, ਆਕੂਪੇਸ਼ਨ ਸਾਰੇ ਚੰਗੇ ਆ। ਇੱਕ ਜਿਹੜਾ ਛੱਤ ਪਾਉਂਦਾ ਉਹ ਕਿਹੜਾ ਮਾੜਾ, ਘਰ ਬਣਾਉਂਦਾ ਫਰੇਮਰ ਮਾੜੇ ਹੁੰਦੇ ਕਿਤੇ, ਸਾਰੇ ਟ੍ਰੇਡ ਚੰਗੇ ਆ। ਜੇ ਤੁਸੀਂ ਟੀਚਰ ਆ, ਤੁਸੀਂ ਟੀਚਰ ਦੀ ਜੋਬ ਵਧੀਆ ਕਰੋ, ਇਮਾਨਦਾਰੀ ਨਾਲ ਕਰੋ, ਓਨੈਸਟਲੀ ਕਰੋ। ਜਿਸ ਵੇਲੇ ਤੁਸੀਂ ਨਾ ਅੰਦਰੋਂ ਕਰਦੇ, ਇੱਥੋਂ ਕੰਮ ਕਰਦੇ ਆ, ਤੁਹਾਨੂੰ ਕਦੇ ਪਰੇਸ਼ਾਨੀ ਨਹੀਂ ਹੋ ਸਕਦੀ। ਮੇਰੀ ਮੇਰੇ 'ਤੇ ਗਰੰਟੀ ਲਿਖ ਕੇ ਲੈ ਜਾਓ। ਜਿਸ ਵੇਲੇ ਤੁਸੀਂ ਡੈਡੀਕੇਸ਼ਨ ਅਤੇ ਕਮਿਟਮੈਂਟ ਨਾਲ ਕੰਮ ਕਰਦੇ ਆ, ਸਾਰੀ ਦੁਨੀਆ ਤੁਹਾਡੇ ਨਾਲ ਜੁੜ ਜਾਂਦੀ ਹੈ। ਜਿਸ ਵੇਲੇ ਤੁਹਾਡਾ ਸੈਲਫਿਸ਼ ਮੋਟਿਵ ਆ, ਸੈਲਫਿਸ਼ ਮੋਟਿਵ ਸਮਝਦੇ ਆ, ਖੁਦ ਗਰਜ਼ੀ ਆ, ਤੁਸੀਂ ਆਪਣਾ ਫਾਇਦਾ ਲੈਣਾ ਚਾਹੁੰਦੇ ਆ, ਤੁਸੀਂ ਲੈਡਰ ਲਾ ਕੇ ਉੱਪਰ ਜਾਣਾ ਚਾਹੁੰਦੇ ਆ ਗੁਰਦੁਆਰੇ ਨੂੰ ਵਰਤ ਕੇ, ਨੋ ਸੈਲਫਿਸ਼ ਮੋਟਿਵ ਨਹੀਂ ਚਾਹੀਦੇ, ਖੁਦ ਗਰਜ਼ੀ ਨਹੀਂ ਚਾਹੀਦੀ ਹੈ ਜੀ। ਤੁਸੀਂ ਫੁੱਲੀ ਡੈਡੀਕੇਟਡ ਅਤੇ ਕਮਿਟਡ ਚਾਹੀਦੇ ਆ। ਇਹਨੂੰ ਕਹਿੰਦੇ ਸਮਰਪਿਤ ਪੰਜਾਬੀ 'ਚ, ਟੋਟਲ ਸਮਰਪਿਤ ਹੋ ਜਾਣਾ। ਜੋ ਮੈਂ ਕਰਦਾ ਨਾ, ਮੈਂ ਉਹਦਾ ਰੂਪ ਹੋ ਜਾਣਾ, ਉਹੀ ਬਣ ਜਾਣਾ ਜੋ ਮੈਂ ਕਰਦਾ। ਫਿਰ ਖੁਸ਼ੀਆਂ ਮਿਲਦੀਆਂ।